ਚੰਡੀਗੜ੍ਹ ਪੁਲਿਸ ਦੇ ਵਿਵਾਦਤ ਇੰਸਪੈਕਟਰ ਦਾ ਜੱਜ ਨਾਲ ਪੰਗਾ। ਬਿਨਾਂ ਵਰਦੀ ਤੇ ਉੱਤੋਂ ਗਲਤ ਵਤੀਰਾ, ਜੱਜ ਨੇ ਦੇ ਦਿੱਤੇ ਸਖਤੀ ਦੇ ਹੁਕਮ। ਜੱਜ ਨਾਲ ਪੰਗਾ ਪਾਉਣ ਤੋਂ ਬਾਅਦ ਹੁਣ ਚੱਲੇਗਾ ਕੋਰਟ ਦੇ ਅੰਦਰ ਟਰਾਇਲ। ਚੰਡੀਗੜ੍ਹ ਪੁਲਿਸ 'ਚ ਮੰਨਿਆ ਜਾਂਦਾ ਹੈ ਇਨਕਾਊਂਟਰ ਸਪੈਸ਼ਲਿਸਟ ਇਹ ਇੰਸਪੈਕਟਰ। ABC ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਦੋਸਤੋ, ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਕਿ ਇੱਕ ਚੰਡੀਗੜ੍ਹ ਪੁਲਿਸ ਦੇ ਅੰਦਰ ਆਪਰੇਸ਼ਨ ਸੈੱਲ ਦੇ ਇੰਸਪੈਕਟਰ ਅਮਨਜੋਤ ਸਿੰਘ, ਜਿਸ ਦਾ ਨਾਮ ਕਾਫੀ ਚਰਚਾ ਦੇ ਵਿੱਚ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਰਿਹਾ ਤੇ ਹੁਣ ਤਾਜ਼ਾ ਮਾਮਲਾ ਹੈ CJM ਚੀਫ ਮੈਜਿਸਟ੍ਰੇਟ ਦੇ ਨਾਲ ਪੰਗਾ ਪੈ ਗਿਆ। ਗਲਤ ਵਤੀਰਾ ਕਰਨ ਦੇ ਦੋਸ਼ ਲੱਗੇ ਨੇ। ਜੱਜ ਦੇ ਵੱਲੋਂ ਇੱਕ ਸ਼ਿਕਾਇਤ ਵੀ ਲਿਖੀ ਗਈ ਹੈ ਤੇ ਹੁਣ ਪੰਜਾਬ ਤੇ ਹਰਿਆਣਾ ਕੋਰਟ ਦੇ ਚੀਫ ਜਸਟਿਸ ਨੂੰ ਵੀ ਇੱਕ ਅਰਜੀ ਭੇਜ ਦਿੱਤੀ ਗਈ ਹੈ ਇਸ ਦੇ ਬਾਬਤ। ਤਾਂ ਦੱਸਦੇ ਹਾਂ ਕਿ ਪੂਰਾ ਮਸਲਾ ਕੀ ਹੈ। ਦਰਅਸਲ 16 ਮਾਰਚ 2022 ਦੇ ਵਿੱਚ ਵਸੂਲੀ ਤੇ ਆਰਮਜ਼ ਐਕਟ ਦੇ ਤਹਿਤ ਧਾਰਾਵਾਂ ਲਗਾਈਆਂ ਗਈਆਂ ਸੀ। ਸੈਕਟਰ 26 ਦੇ ਵਿੱਚ ਥਾਣੇ ਦੇ ਵਿੱਚ ਕੇਸ ਦਰਜ ਹੈ। ਤਾਂ ਦੋਸ਼ੀ ਗਗਨਦੀਪ ਸਿੰਘ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਪੇਸ਼ ਕੀਤਾ ਗਿਆ। ਇਸ ਦੇ ਵਿੱਚ ASI ਸੁਰਜੀਤ ਸਿੰਘ ਨੇ ਨਿਆਇਕ ਹਿਰਾਸਤ 'ਚ ਭੇਜਣ ਦੀ ਇੱਕ ਅਰਜੀ ਦਿੱਤੀ ਸੀ, ਪਰ ਉਸ ਦੇ ਉੱਤੇ ਦਸਤਖਤ ਸੀ ਜਿਹੜੇ ਉਹ ਇੰਸਪੈਕਟਰ ਅਮਨਜੋਤ ਸਿੰਘ ਦੇ ਸੀ। ਇੰਸਪੈਕਟਰ ਅਮਨਜੋਤ ਸਿੰਘ ਤੇ ਦੋਸ਼ ਲੱਗੇ ਨੇ ਕਿ ਜਦੋਂ ਉਹ ਬਿਨਾਂ ਵਰਦੀ ਦੇ ਕੋਰਟ ਦੇ ਅੰਦਰ ਪੇਸ਼ ਹੋਇਆ ਤਾਂ ਉਸ ਤੋਂ ਬਾਅਦ ਉਸ ਦੇ ਵੱਲੋਂ ਬੋਲ ਬਾਣੀ ਵੀ ਸਹੀ ਨਹੀਂ ਵਰਤੀ ਗਈ, ਸ਼ਬਦਾਵਲੀ ਠੀਕ ਨਹੀਂ ਵਰਤੀ ਗਈ ਔਰ ਬਹਿਸ ਕੀਤੀ ਗਈ ਉਲਟਾ। ਔਰ ਇਸ ਦੇ ਨਾਲ ਸਤਕਾਰ ਹੈ ਜਿਹੜਾ ਇੱਕ ਜੱਜ ਦਾ ਕੋਰਟ ਦੇ ਅੰਦਰ ਬਣਿਆ ਰਹਿੰਦਾ ਹੈ, ਉਸ ਨੂੰ ਅੱਖੋਂ ਪਰੋਖੇ ਕੀਤਾ ਗਿਆ ਇੰਸਪੈਕਟਰ ਦੇ ਵੱਲੋਂ। ਔਰ ਜੱਜ ਨੇ ਵੀ ਸ਼ਿਕਾਇਤ ਦਿੱਤੀ ਹੈ ਕਿ CCTV ਫੁਟੇਜ ਹੈ ਜਿਹੜੀ ਕੋਰਟ ਦੀ ਕਾਰਵਾਈ ਦੀ, ਉਹ ਵੀ ਇਕੱਤਰ ਕੀਤੀ ਗਈ ਹੈ, ਇਕੱਠੀ ਕੀਤੀ ਗਈ ਹੈ। ਔਰ ਸਟਾਫ ਦੇ ਸਾਹਮਣੇ ਇਸ ਤਰੀਕੇ ਦੇ ਨਾਲ ਵਤੀਰਾ ਜਦੋਂ ਕੀਤਾ ਗਿਆ ਤਾਂ ਇਸ ਦੇ ਖਿਲਾਫ ਹੁਣ ਟਰਾਇਲ ਚਲਾਉਣ ਦੀ ਗੱਲ ਹੈ ਜਿਹੜੀ ਜੱਜ ਵੱਲੋਂ ਕਹੀ ਗਈ ਹੈ। ਅਗਲੀ ਜਿਹੜੀ ਪੇਸ਼ੀ ਹੈ ਇੰਸਪੈਕਟਰ ਦੀ ਉਹ 3 ਅਗਸਤ ਨੂੰ ਹੋਵੇਗੀ। ਜਦੋਂ ਇਸ ਤਰ੍ਹਾਂ ਤਰੀਕੇ ਦੇ ਨਾਲ ਵਿਵਹਾਰ ਸਾਹਮਣੇ ਆਉਂਦਾ ਇੰਸਪੈਕਟਰ ਦਾ ਤਾਂ ਹੁਣ 3 ਅਗਸਤ ਨੂੰ ਦੇਖਣਾ ਹੋਵੇਗਾ ਕਿ ਟਰਾਇਲ ਦੇ ਦੌਰਾਨ ਜੋ ਕਾਰਨ ਦੱਸੋ ਨੋਟਿਸ ਹੈ ਉਹ ਵੀ ਜਾਰੀ ਕੀਤਾ ਗਿਆ ਕਿ ਇਸ ਦੇ ਵਿੱਚ ਦੱਸੋ ਕਿ ਇਸ ਤਰੀਕੇ ਦੇ ਨਾਲ ਵਿਵਹਾਰ ਕਿਉਂ ਕੀਤਾ ਗਿਆ। ਤਾਂ ਇੱਥੇ ਇਹ ਵੀ ਦੱਸ ਦਈਏ ਕਿ IPC ਦੀਆਂ ਧਾਰਾਵਾਂ 186, 188, 228, 353 ਤੇ 166 ਇਹ ਲਗਾਈਆਂ ਗਈਆਂ ਨੇ ਇੰਸਪੈਕਟਰ ਦੇ ਖਿਲਾਫ। ਔਰ ਇਸ ਦੇ ਵਿੱਚ CJM ਚੀਫ ਜਸਟਿਸ ਮੈਜਿਸਟ੍ਰੇਟ ਦੇ ਸਾਹਮਣੇ ਗਲਤ ਵਤੀਰਾ ਕਰਨ ਦੇ ਨਾਲ ਟਰਾਇਲ ਦੇ ਹੁਕਮ ਵੀ ਦਿੱਤੇ ਗਏ ਨੇ। ਇੱਥੇ ਵੀ ਦੱਸ ਦਈਏ ਕਿ ਇਹ ਪੁਰਾਣਾ ਜਿਹੜਾ ਮਸਲਾ ਸੀ ਕੋਰਟ ਦੇ ਅੰਦਰ ਜਦੋਂ ਸੁਣਵਾਈ ਹੋ ਰਹੀ ਸੀ, ਪੇਸ਼ੀ ਹੋ ਰਹੀ ਸੀ, ਤਾਂ ਉਦੋਂ ਇਸ ਤਰੀਕੇ ਦਾ ਵਿਵਹਾਰ ਹੈ ਜਿਹੜਾ ਉਹ ਸਾਹਮਣੇ ਆਉਂਦਾ। ਮੈਜਿਸਟ੍ਰੇਟ ਭਰਤ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇੰਸਪੈਕਟਰ ਦੇ ਵੱਲੋਂ ਉਲਟੇ ਸਿੱਧੇ ਸਵਾਲ ਕੀਤੇ ਗਏ। ਉਹਨਾਂ ਨੇ ਅੱਗੇ ਇਹ ਵੀ ਲਿਖਿਆ ਕਿ ਜੁਡੀਸ਼ੀਅਲ ਮੈਜਿਸਟ੍ਰੇਟ ਭਰਤ ਇਹ ਲਿਖਦੇ ਨੇ ਕਿ ਇਤਰਾਜ਼ ਇਸ ਗੱਲ ਦਾ ਹੈ ਕਿ ਇੰਸਪੈਕਟਰ ਅਮਨਜੋਤ ਨੇ ਜੋ ਸਾਹਮਣੇ ਤੋਂ ਉਲਟੇ ਸਿੱਧੇ ਸਵਾਲ ਜਵਾਬ ਕੀਤੇ। ਔਰ ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਪਹਿਲਾਂ ਚੇਤਾਵਨੀ ਜੱਜ ਦੇ ਵੱਲੋਂ ਦਿੱਤੀ ਗਈ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ ਔਰ ਵਰਦੀ ਪਹਿਨ ਕੇ ਕੋਰਟ ਦੀ ਕਾਰਵਾਈ ਦੇ ਅੰਦਰ ਆਇਆ ਜਾਵੇ। ਪਰ ਅਗਲੀ ਵਾਰ ਵੀ ਜਦੋਂ ਪੇਸ਼ੀ ਹੁੰਦੀ ਹੈ ਤਾਂ ਇੰਸਪੈਕਟਰ ਅਮਨਜੋਤ ਵਰਦੀ ਪਹਿਨ ਕੇ ਨਹੀਂ ਜਾਂਦੇ, ਵਰਦੀ ਤੋਂ ਬਿਨਾਂ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਨਾਲ ਗਲਤ ਵਤੀਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਦੋਸ਼ ਲਗਾਏ ਗਏ ਨੇ ਮੈਜਿਸਟ੍ਰੇਟ ਦੇ ਵੱਲੋਂ ਔਰ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ। ਇੱਥੇ ਵੀ ਦੱਸਿਆ ਗਿਆ ਕਿ 10 ਤੋਂ 13 ਅਪ੍ਰੈਲ ਤੱਕ ਕੇਸ ਦੀ ਜੋ ਜਿਮਨੀ ਪੇਸ਼ੀ ਸੀ ਉਸ ਦੇ ਦੌਰਾਨ ਵੀ ਇਹ ਸਾਰੀਆਂ ਗੱਲਾਂ ਹੋਈਆਂ। ਸਰਕਾਰੀ ਵਕੀਲ ਨੂੰ ਇਸ ਦੇ ਵਿੱਚ ਗਵਾਹ ਵੀ ਬਣਾਇਆ ਗਿਆ। ਤਾਂ ਇਸ ਤਰ੍ਹਾਂ ਇਹ ਕਿਹਾ ਗਿਆ ਕਿ ਮੈਜਿਸਟ੍ਰੇਟ ਦੇ ਵੱਲੋਂ ਕਿ ਜੱਜ ਭਰਤ ਨੇ ਕਿਹਾ ਕਿ ਮਾੜਾ ਵਿਵਹਾਰ ਕੀਤਾ ਗਿਆ, ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਤੱਕ ਕੀਤੀ ਗਈ ਹੈ। ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਗਈਆਂ ਨੇ। ਔਰ ਉਸੇ ਸ਼ਿਕਾਇਤ ਦੇ ਆਧਾਰ ਤੇ ਉੱਤੇ ਹੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਮੰਗ ਕੀਤੀ ਹੈ ਕਿ ਇਸ ਦੇ ਉੱਤੇ ਟਰਾਇਲ ਚਲਾਇਆ ਜਾਵੇ। ਤਾਂ ਹੁਣ ਇੰਸਪੈਕਟਰ ਅਮਨਜੋਤ ਸਿੰਘ ਦੇ ਉੱਤੇ ਟਰਾਇਲ ਚੱਲੇਗਾ। 3 ਅਗਸਤ ਨੂੰ ਪੇਸ਼ੀ ਹੋਵੇਗੀ। ਉਸ ਦੇ ਵਿੱਚ ਦੇਖਣਾ ਹੋਵੇਗਾ ਕਿ ਅਮਨਜੋਤ ਦੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ। ਇੱਥੇ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਕੇਸ ਦੇ ਵਿੱਚ, ਇੱਕ ਮਾਮਲੇ ਦੇ ਵਿੱਚ ਇੰਸਪੈਕਟਰ ਅਮਨਜੋਤ ਨੂੰ ਸਸਪੈਂਡ ਕੀਤਾ ਗਿਆ ਸੀ। ਤਾਂ ਵਿਵਾਦਤ ਇੰਸਪੈਕਟਰ ਦੇ ਉੱਤੇ ਇੱਕ ਹੋਰ ਕਾਰਵਾਈ ਹੋ ਗਈ ਹੈ, ਕੋਰਟ ਦੇ ਅੰਦਰ ਟਰਾਇਲ ਚੱਲੇਗਾ। ਤਾਂ ਇਹ ਮਾਮਲਾ ਇੰਸਪੈਕਟਰ ਤੇ ਜੱਜ ਦੇ ਵਿਚਾਲੇ ਹੋਏ ਤਕਰਾਰ ਦਾ, ਜਿੱਥੇ ਇਹ ਦੋਸ਼ ਲੱਗੇ ਨੇ ਇੰਸਪੈਕਟਰ ਦੇ ਉੱਤੇ ਕਿ ਇੱਕ ਜੱਜ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ, ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਲ ਇਸ ਰਿਪੋਰਟ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।